ਵਾਹਿਗੁਰੂ ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਗੁਰਾਂ ਦਾ ਖਾਸ ਰੂਪ, ਪਿਆਰੀ ਸਾਧ ਸੰਗਤ ਜੀ। ਕੱਲ ਸੁਖਮਨੀ ਸਾਹਿਬ ਜੀ ਦੀ ਜੋ ਵਿਚਾਰ ਪ੍ਰਾਰੰਭ ਹੈ, ਉਸ ਦਾ ਪਹਿਲਾ ਸ਼ਲੋਕ ਪਹਿਲੀ ਅਸ਼ਟਪਦੀ ਦੀ ਕੱਲ ਸੰਪੂਰਨ ਵਿਚਾਰ ਸਹਿਤ ਹੋ ਗਈ ਸੀ। ਸੋ ਆਓ ਅੱਜ ਦੂਸਰਾ ਸ਼ਲੋਕ ਭਾਵ ਦੂਸਰੀ ਅਸ਼ਟਪਦੀ ਪ੍ਰਾਰੰਭ ਹੋਣ ਜਾ ਰਹੀ ਹੈ। ਆਓ ਸਤਿਗੁਰੂ ਕਿਰਪਾ ਕਰ ਰਹੇ ਹੈ। ਅੱਜ ਸਤਿਗੁਰੂ ਐਸਾ ਮਿਹਰਾਂ ਦਾ ਮੀਂਹ ਵਰਸਾ ਰਹੇ ਹੈ। ਇਸ ਦੂਸਰੇ ਸ਼ਲੋਕ ਔਰ ਇਸ ਸ਼ਲੋਕ ਦੇ ਜੋ ਸਤਿਗੁਰਾਂ ਨੇ ਅਸ਼ਟਪਦੀ ਰਾਹੀਂ ਅਰਥ ਕੀਤੇ ਹਨ, ਉਸ ਵੱਲ ਅਸੀਂ ਆਪਣਾ ਮਨ ਇਕਾਗਰ ਚਿੱਤ ਕਰਨਾ ਕਰੀਏ। ਸ਼ਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਦੂਸਰੀ ਅਸ਼ਟਪਦੀ ਦੀ ਬਖਸ਼ਿਸ਼ ਕੀਤੀ ਹੈ। ਇਸ ਤੋਂ ਪਹਿਲੇ ਸ਼ਲੋਕ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਸ੍ਰੀ ਗੁਰੂ ਅੰਗਦ ਦੇਵ ਜੀ ਦਾ, ਸ੍ਰੀ ਗੁਰੂ ਅਮਰਦਾਸ ਜੀ ਦਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦਾ ਮੰਗਲ ਕੀਤਾ ਹੈ, ਨਮਸਕਾਰ ਕੀਤੀ ਹੈ। ਪਹਿਲੀ ਅਸ਼ਟਪਦੀ ਆਰੰਭ ਕਰਦਿਆਂ ਹਜ਼ੂਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਿਮਰਨ ਦੀ ਆਗਿਆ ਕੀਤੀ ਹੈ ਕਿ ਪਰਮੇਸ਼ਰ ਦਾ ਸਿਮਰਨ ਕਰੋ। ਇਹ ਹੁਕਮ ਦਿੱਤਾ ਹੈ। ਸਿਮਰਨ ਦਾ ਅਭਿਆਸ ਕਰਨ ਲਈ ਕਿਹਾ ਹੈ ਅਤੇ ਸਿਮਰਨ ਦਾ ਫਲ ਕੀ ਪ੍ਰਾਪਤ ਹੋਵੇਗਾ, ਇਸ ਬਾਰੇ ਵੀ ਮਹਾਰਾਜ ਨੇ ਦੱਸ ਦਿੱਤਾ ਹੈ ਕਿ ਉਸ ਪਰਮੇਸ਼ਰ ਦਾ ਸਿਮਰਨ ਕਰੋਗੇ ਤਾਂ ਸਭ ਤਰ੍ਹਾਂ ਦੇ ਸੁੱਖ ਪਾ ਲਓਗੇ, ਜਿਸ ਸੁੱਖ ਦੇ ਤਾਈਂ ਬੜੇ ਬੜੇ ਰਿਸ਼ੀ ਮੁਨੀ ਪੈਗੰਬਰ ਯਤਨ ਕਰਦੇ ਹਨ। ਤੇ ਪਰਮੇਸ਼ਰ ਦਾ ਹੁਕਮ ਮੰਨ ਕੇ ਜੇ ਬਾਰ-ਬਾਰ ਅਭਿਆਸ ਕਰੋਗੇ ਤਾਂ ਉਸੇ ਸਰੂਪ ਨੂੰ ਪਾ ਲਓਗੇ। ਕਲਪਨਾ ਤੇ ਕਲੇਸ਼ ਜਿਹੜੇ ਸਾਰਿਆਂ ਜੀਆਂ ਨੂੰ ਬੜੇ ਦੁੱਖ ਦਿੰਦੇ ਆ, ਇਹਨਾਂ ਸਾਰਿਆਂ ਨੂੰ ਤੁਸੀਂ ਸਰੀਰ ਚੋਂ ਮੇਟ ਲਓਗੇ। ਐਸਾ ਪਰਮੇਸ਼ਰ ਦੇ ਸਿਮਰਨ ਦੀ ਆਗਿਆ ਹੈ। ਰਹਾਉ ਦੀ ਤੁਕ ਵਿੱਚ ਸੁਖਮਨੀ ਸਾਹਿਬ ਦੀ ਮਹਿਮਾ ਕੀਤੀ ਹੈ। ਅੱਗੇ ਮਹਾਰਾਜ ਨੇ 7 ਪੌੜੀਆਂ 'ਚ ਪਰਮੇਸ਼ਰ ਦੇ ਸਿਮਰਨ ਦੀ ਮਹਿਮਾ ਕੀਤੀ ਹੈ ਕਿ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਮੁੜ ਕੇ ਗਰਭ 'ਚ ਨਹੀਂ ਵਸੀਦਾ, ਦੁੱਖ ਨਾਸ਼ ਹੋ ਜਾਂਦੇ ਆ। ਰਿੱਧੀਆਂ ਸਿੱਧੀਆਂ ਕਿਹੜੀ ਵਸਤੂ ਹੈ ਜਿਹੜੀ ਸਿਮਰਨ ਕਰਕੇ ਨਾ ਪ੍ਰਾਪਤ ਹੋਵੇ। ਜਪ ਤਪ ਪੂਜਾ ਸਭ ਕੁਝ ਉਸ ਦੇ ਵਸ ਹੋ ਜਾਂਦੇ ਹਨ। ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਤੀਰਥਾਂ ਦਾ ਇਸ਼ਨਾਨੀ ਹੋ ਜਾਂਦਾ ਹੈ। ਸਭ ਕੁਝ ਦਿਸ ਆਉਂਦਾ ਹੈ, ਜਮਾਂ ਦਾ ਭਉ ਮਿਟ ਜਾਂਦਾ ਹੈ, ਮਨ ਦੀ ਮੈਲ ਚਲੀ ਜਾਂਦੀ ਹੈ, ਆਸਾਂ ਪੂਰਨ ਹੋ ਜਾਂਦੀਆਂ ਹਨ। ਆਦ ਸੱਚੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ਸਭੇ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ। ਐਸਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ
ਅਸ਼ਟਪਦੀ ਪਹਿਲੀ ਵਿੱਚ ਫਰਮਾਇਆ ਹੈ। ਅਗਲੀ ਅਸ਼ਟਪਦੀ ਵਿੱਚ ਮਹਾਰਾਜ ਫਰਮਾਨ ਕਰਦੇ ਹਨ ਕਿ ਜਿੱਥੇ ਪੁਰਖ ਦਾ ਕੋਈ ਸਹਾਇਕ ਨਹੀਂ, ਉਥੇ ਨਾਮ ਸਹਾਇਕ ਹੋਵੇਗਾ। ਇਹ ਵਰਣਨ ਕਰਨ ਲੱਗੇ ਆ ਸੱਚੇ ਪਾਤਸ਼ਾਹ ਜੀ। ਸਲੋਕ ਦੀਨ ਦਰਦ ਦੁਖ ਭੰਜਨਾ, ਘਟ ਘਟ ਨਾਥ ਅਨਾਥ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ, हे ਪਰਮੇਸ਼ਰ, ਆਪ ਕੈਸੇ ਹੋ? ਦੀਨ ਹੁੰਦਾ ਹੈ ਜਿਸ ਨੂੰ ਇੱਛਾ ਹੋਵੇ, ਕਿਸੇ ਪ੍ਰਕਾਰ ਦਾ ਭੈ ਹੋਵੇ। ਦੀਨ ਇੱਛਾ ਸਾਰਿਆਂ ਨੂੰ ਹੈ ਮੁਕਤ ਹੋਣ ਦੀ ਹੈ, ਬੰਧਨਾਂ ਤੋਂ ਛੁੱਟਣ ਦੀ ਹੈ, ਅਤੇ ਭੈ ਸਾਡੇ ਸਾਰਿਆਂ ਦੇ ਉੱਤੇ ਕਾਲ ਦਾ ਹੈ। ਇਸ ਕਰਕੇ ਆਪਾਂ ਸਾਰੇ ਹੀ ਦੀਨ ਬਣ ਸਕਦੇ ਹਾਂ। ਦੀਨ ਦਰਦ ਗਰੀਬਾਂ ਦੇ ਦਰਦਾਂ ਨੂੰ ਜਾਣਨ ਵਾਲਾ ਹੈ ਸੱਚੇ ਪਾਤਸ਼ਾਹ। ਦੀਨਾਂ ਦੇ ਦਰਦ ਨੂੰ, ਦੁੱਖ ਨੂੰ ਸਮਝ ਕਰਕੇ ਉਹਨਾਂ ਦੇ ਜੰਮਣ ਮਰਨ ਦੇ ਦੁੱਖਾਂ ਨੂੰ ਭੰਨਣ ਵਾਲਾ ਹੈ। ਘਟ ਘਟ ਨਾਥ ਅਨਾਥ। ਇਹ ਪਰਮੇਸ਼ਰ, ਤੂੰ ਘਟਾਂ ਘਟਾਂ ਦਾ ਸੁਆਮੀ ਹੈ ਅਤੇ ਆਪ ਦਾ ਕੋਈ ਨਾਥ ਨਹੀਂ ਹੈ। ਤੂੰ ਸਾਰਿਆਂ ਦੇ ਸੁਆਮੀ ਹੈ, ਗਰੀਬਾਂ ਦਾ, ਯਤੀਮਾਂ ਦਾ ਤੂੰ ਸੁਆਮੀ ਹੈ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। हे ਮਹਾਰਾਜ, ਮੈਂ ਤੁਹਾਡੀ ਸ਼ਰਨ ਆਇਆ ਹਾਂ। ਨਾਨਕ ਕੇ ਪ੍ਰਭ ਸਾਥ। ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਕਿ ਤੂੰ ਸਾਡਾ ਸਦਾ ਸੰਗੀ ਹੈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਆਇਆ, ਉਹਨਾਂ ਦੀ ਵਾਹਿਗੁਰੂ ਸਦਾ ਸੰਗੀ ਹੋ ਕੇ ਰੱਖਿਆ ਕਰਦੇ ਹਨ। ਜਿੱਥੇ ਕੋਈ ਵੀ ਰੱਖਣ ਦੇ ਸਮਰੱਥ ਨਹੀਂ, ਉੱਥੇ ਆਪ ਰੱਖਦੇ ਹੋ। ਅਤੇ हे ਪ੍ਰਭੂ, ਸਾਡੇ ਸਾਥੀ ਬਣ ਕੇ ਲੋਕ ਪਰਲੋਕ ਦੀ ਰੱਖਿਆ ਕਰੋ। ਅਸ਼ਟਪਦੀ। ਜਹ ਮਾਤ ਪਿਤਾ ਸੁਤ ਮੀਤ ਨ ਭਾਈ। ਸਤਿਗੁਰੂ ਮਹਾਰਾਜ ਜੀ ਅਸ਼ਟਪਦੀ ਵਿੱਚ ਸ਼ਲੋਕ ਤੋਂ ਬਾਅਦ ਅਸ਼ਟਪਦੀ ਵਿੱਚ ਫਰਮਾਉਂਦੇ ਹਨ ਕਿ ਜੀਵ, ਜਿੱਥੇ ਤੇਰੀ ਮਾਂ ਨੇ ਵੀ ਰੱਖਿਆ ਨਹੀਂ ਕਰਨੀ, ਜਿੱਥੇ ਤੇਰੇ ਪਿਓ ਨੇ ਵੀ ਸਹਾਇਤਾ ਨਹੀਂ ਕਰਨੀ, ਜਿੱਥੇ ਤੇਰੇ ਪੁੱਤਰਾਂ ਨੇ ਵੀ ਸਹਾਇਤਾ ਨਹੀਂ ਕਰਨੀ, ਜਿੱਥੇ ਤੇਰੇ ਸੱਜਣਾ ਮਿੱਤਰਾਂ ਨੇ ਵੀ ਸਹਾਇਤਾ ਨਹੀਂ ਕਰਨੀ, ਜਿੱਥੇ ਤੇਰੇ ਸਕੇ ਅੰਗਾਂ ਸਾਕਾਂ ਅੰਮਾ ਜਾਏ ਭਰਾਵਾਂ ਨੇ ਵੀ ਸਹਾਇਤਾ ਨਹੀਂ ਕਰਨੀ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਇਹ ਮੇਰੇ ਪਿਆਰੇ ਮਨਾ, ਆਪਣੇ ਹਿਰਦੇ 'ਚ ਸਮਝਣਾ ਕਰ, ਉਸ ਜਗ੍ਹਾ 'ਚ ਪਰਮੇਸ਼ਰ ਦਾ ਨਾਮ ਤੇਰੇ ਨਾਲ ਸੰਗੀ ਹੋਵੇਗਾ, ਤੇਰੇ ਨਾਲ ਸਹਾਇਤਾ ਕਰਨ ਵਾਲਾ ਹੋਵੇਗਾ। ਇਹ ਨਹੀਂ ਕਿ ਦੂਰੋਂ ਆ ਕੇ ਤੇਰੀ ਸਹਾਇਤਾ ਕਰੇਗਾ, ਹਰ ਵਕਤ ਦੁਨੀਆ 'ਚ ਤੇਰੇ ਨਾਲ ਰਹੇਗਾ ਤੇ ਪਰਲੋਕ ਵਿੱਚ ਵੀ ਸਹਾਇਤਾ ਕਰੇਗਾ। ਜਹ ਮਹਾ ਭਿਆਨ ਦੂਤ ਜਮ ਦਲੈ। ਇਹ ਸਿਮਰਨ ਕੀਤਾ ਹੋਇਆ ਤੇਰੀ ਸਹਾਇਤਾ ਕਰੇਗਾ। ਇਹ ਮੇਰੇ ਮਨਾ, ਜਿੱਥੇ ਮਹਾ ਭਿਆਨ ਜਮਦੂਤਾਂ ਦਾ ਦਲ ਹੈ, ਬੜੇ ਬੜੇ ਜਮਦੂਤ ਦਲ ਦਿੰਦੇ ਪੁਰਖਾਂ ਦੇ ਤਾਈਂ ਮਲ ਮਲ ਕੇ ਮਿੱਟੀ ਬਣਾ ਦਿੰਦੇ ਹਨ। ਤਹ ਕੇਵਲ ਨਾਮ ਸੰਗ ਤੇਰੇ ਚੱਲੈ। ਉਹਨਾਂ ਭੈਦਾਇਕ ਜਮਾਂ ਦੇ ਦਲਾਂ ਤੋਂ ਬਚਾਉਣ ਵਾਲਾ ਇੱਕੋ ਇੱਕ ਪਰਮੇਸ਼ਰ ਦਾ ਨਾਮ ਜਿਹੜਾ ਤੂੰ ਜਪਿਆ ਹੋਵੇਗਾ, ਹੋਰ ਸਾਰੇ ਆਸਰੇ ਛੱਡ ਕੇ ਕੇਵਲ ਕੇਵਲੇ ਮੁਕਤੀ ਦੇ ਦੇਣ ਵਾਲਾ ਉਹ ਤੇਰੇ ਨਾਲ ਚੱਲੇਗਾ ਸਹਾਇਤਾ ਕਰਨ ਵਾਸਤੇ।
ਜਹ ਮੁਸਕਲ ਹੋਵੈ ਅਤ ਭਾਰੀ। ਜਿੱਥੇ ਤੈਨੂੰ ਬੜੀ ਮੁਸ਼ਕਲ ਆਉਂਦੀ ਹੋਵੇਗੀ, ਸਵਾਸ ਨਿਕਲਣ ਦੇ ਵਿੱਚ ਬੜੀ ਤਕਲੀਫ ਹੋਵੇਗੀ ਅਤੇ ਅੰਤ ਦੇ ਸਮੇਂ ਚਾਰ ਚੁਫੇਰਿਓਂ ਜਿਹੜੇ ਔਗਣ ਕੀਤੇ ਉਹ ਘੇਰਾ ਆਣ ਕੇ ਘੱਤ ਲੈਣਗੇ। ਜਿਹੜੇ ਤੂੰ ਗੁਨਾਹ ਕੀਤੇ ਉਹ ਸਾਹਮਣੇ ਆ ਖੜਨਗੇ ਕਿ ਫਲਾਣੇ ਵਕਤ ਇਹ ਗੁਨਾਹ ਕੀਤਾ ਸੀ। ਅੰਤਲੇ ਸਮੇਂ ਜਦੋਂ ਬੜਾ ਭਾਰੀ ਸਮਾਂ ਹੋਵੇਗਾ। ਹਰ ਕੋ ਨਾਮ ਖਿਨ ਮਾਹਿ ਉਧਾਰੀ। ਜੇ ਬੰਦਿਆ ਤੇਰਾ ਪਰਮੇਸ਼ਰ ਦਾ ਨਾਮ ਪਹਿਲਾਂ ਜਪਿਆ ਹੋਇਆ ਹੋਵੇਗਾ, ਉਸ ਵੇਲੇ ਪਰਮੇਸ਼ਰ ਇੱਕ ਖਿਨ ਦੇ ਵਿੱਚ ਹੀ ਤੇਰਾ ਉਧਾਰ ਕਰ ਦੇਵੇਗਾ, ਬਚਾ ਲਵੇਗਾ। ਅਨਕ ਪੁਨਹ ਚਰਨ ਕਰਤ ਨਹੀਂ ਤਰੈ। ਜਿੱਥੇ ਅਨੇਕਾਂ ਪੁਨਹ ਚਰਨ ਪਾਪਾਂ ਦੀ ਨਿਵਰਤੀ ਵਾਸਤੇ ਜਿਹੜੇ ਪੁੰਨ ਕਰਨੇ ਆ ਉਹਨਾਂ ਦਾ ਤ੍ਰਾਸਟਿਕ ਹੁੰਦਾ ਹੈ। ਜਿਹੜੇ ਪਾਪਾਂ ਦੀ ਨਿਵਰਤੀ ਵਾਸਤੇ ਦੰਡ ਆਦਿਕ ਲਾਏ ਆ, ਭਾਵ ਕਿ ਗਊ ਹੱਤਿਆ ਆਦਿ ਹੋਣ ਤੋਂ ਅਨੇਕ ਦੰਡ ਜਿਹੜੇ ਲਾਏ ਆ, ਇਹ ਪੁਨਹ ਚਰਨ ਪੁੰਨਾਂ ਦੇ ਵਿੱਚ ਚਰਨ ਪਰਵਿਰਤ ਹੋਣ ਵਾਸਤੇ ਜਿਹੜੇ ਕਰਮ ਕਰੀਏ ਉਹ ਪੁਨਹ ਚਰਨ ਹੁੰਦਾ ਹੈ। ਅਤੇ ਪਾਪਾਂ ਦੀ ਨਿਵਰਤੀ ਵਾਸਤੇ ਜਿਹੜੇ ਕਰਮ ਕਰੀਏ ਉਸ ਦਾ ਨਾਮ ਤ੍ਰਾਸਟਿਕ ਹੁੰਦਾ ਹੈ। ਇਹ ਪੁਨਹ ਚਰਨ ਦੇ ਅਰਥ ਦੋਏ ਕਰਨੇ। ਜਿੱਥੇ ਅਨੇਕਾਂ ਪੁਨਹ ਚਰਨ ਪੁੰਨਾਂ ਆਦਿਕਾਂ ਦੀ ਵਿਚਾਰ ਕਰਕੇ ਵੀ ਤੂੰ ਤਰ ਨਹੀਂ ਸਕੇਗਾ, ਉਥੇ ਅਨੇਕਾਂ ਤ੍ਰਾਸਟਿਕ ਕਰਕੇ ਵੀ ਤੂੰ ਮੁਕਤ ਨਹੀਂ ਹੋ ਸਕੇਗਾ, ਤਰ ਨਹੀਂ ਸਕੇਗਾ। ਹਰ ਕੋ ਨਾਮ ਕੋਟ ਪਾਪ ਪਰ ਹਰੈ। ਉਥੇ ਪਰਮੇਸ਼ਰ ਦਾ ਨਾਮ ਹੈ, ਉਹ ਤ੍ਰਾਸਟਿਕ ਵਾਸਤੇ ਤੂੰ ਕਰਮ ਕੀਤੇ ਹੋਣੇ ਆ। ਪੁਨਹ ਚਰਨ ਪਰਮੇਸ਼ਰ ਦਾ ਨਾਮ ਹੀ ਤੇਰੇ ਕਰੋੜਾਂ ਜਨਮਾਂ ਦਾ ਪਾਪ ਜਿਹੜੇ ਕਿਲੇ ਉਸਰੇ ਆ ਉਹ ਸਾਰੇ ਨੂੰ ਦੂਰ ਕਰ ਦੇਗਾ। ਐਸਾ ਨਾਮ ਹੈ ਜਪਿਆ ਹੋਇਆ, ਜੇ ਤੂੰ ਜਪ ਲਏਗਾ ਜਿਉਂਦਾ ਜਿਉਂਦਾ। ਗੁਰਮੁਖ ਨਾਮ ਜਪੋ ਮਨ ਮੇਰੇ। ਏ ਮੇਰੇ ਪਿਆਰੇ ਮਨਾ, ਗੁਰਮੁਖ ਬਣ ਕੇ ਨਾਮ ਜਪੀ। ਜਿਵੇਂ ਸਤਿਗੁਰੂ ਆਸਾ ਰਾਗ ਵਿੱਚ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ 451 ਅੰਗ ਤੇ ਫਰਮਾਉਂਦੇ ਹਨ, ਜਿਨੀ ਗੁਰਮੁਖ ਨਾਮ ਧਿਆਇਆ, ਤਿਨਾ ਫਿਰ ਬਿਗਨ ਨਾ ਹੋਈ RAM ਰਾਜੇ। ਗੁਰਮੁਖ ਬਣ ਕੇ ਆਪਣਾ ਜੀਵਨ ਦੁਖੀ ਨੂੰ ਵੇਖ ਕੇ ਕਿਰਪਾ ਕਰਿਆ ਕਰ, ਸੁਖੀ ਨੂੰ ਵੇਖ ਕੇ ਆਪ ਨੂੰ ਸੁਖੀ ਮੰਨਿਆ ਕਰ। ਕਿਸੇ ਦਾ ਤੇਜ ਪ੍ਰਤਾਪ ਵੇਖ ਕੇ ਸੜਿਆ ਨਾ ਕਰ, ਵਾਹਿਗੁਰੂ ਦੀ ਦਾਤ ਸਮਝਿਆ ਕਰ। ਅਤੇ ਜਿਹੜਾ ਕੋਈ ਨਾ ਮੰਨੇ ਉਹਦੇ ਖਹਿੜੇ ਪੈ ਕੇ ਆਪਣੀ ਗੱਲ ਨਾ ਮਨਾਇਆ ਕਰ। ਇਹ ਚਾਰ ਗੁਣ ਜਿਹੜੇ ਕਰਣਾ, ਮੈਤਰੀ, ਮੁੱਦਤਾ, ਅਪੇਖਿਆ ਆ ਜਾਣਗੇ, ਉਦੋਂ ਗੁਰਮੁਖ ਬਣ ਜਾਏਗਾ। ਸੋ ਇਸ ਪ੍ਰਕਾਰ ਗੁਰਮੁਖਾਂ ਦੀ ਸੰਗਤ ਕਰਕੇ ਇਹ ਮੇਰੇ ਮਨਾ ਨਾਮ ਜਪਣਾ ਕਰ। ਨਾਨਕ ਪਾਵਹੁ ਸੂਖ ਕਨੇਰੇ। ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਇਸ ਪ੍ਰਕਾਰ ਘਣੇ ਸੁੱਖਾਂ ਨੂੰ ਪਾ ਲਓਗੇ ਜਿਹੜੇ ਸੁੱਖ ਮਣਾ ਮੂੰਹ ਸੁੱਖ ਹਨ। ਜਿਨ੍ਹਾਂ ਸੁੱਖਾਂ ਦੇ ਬਰਾਬਰ ਰਾਜੇ ਦਾ ਵੀ ਸੁੱਖ ਨਹੀਂ, ਜਿਸ ਸੁੱਖ ਦੇ ਬਰਾਬਰ ਬ੍ਰਹਮਾ ਦੇ ਦਰਜਾ ਸਾਰੀ ਉਮਰ ਦਾ ਸੁੱਖ ਨਹੀਂ। ਉਹ ਜੀਵਨ ਮੁਕਤ ਨੂੰ 14 ਵਰੇ ਅੱਖਾਂ ਖੋਲ੍ਹਦਿਆਂ ਮੀਟਦਿਆਂ ਜਿਹੜਾ ਪ੍ਰਾਪਤ ਹੈ, ਬ੍ਰਹਮਾ ਨੂੰ ਸਾਰੀ ਉਮਰ 'ਚ ਓਨਾ ਸੁੱਖ ਨਹੀਂ। ਉਸ ਘਣੇ ਸੁੱਖ ਆਤਮ ਰੰਗ ਨੂੰ ਤੂੰ ਪਾ ਲਵੇਂਗਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਹਜੂਰ ਕਹਿੰਦੇ ਹਾਂ, ਦੇਖੋ ਭਾਈ, ਜਿਵੇਂ ਸਾਰੀ ਸ੍ਰਿਸ਼ਟੀ ਵਿੱਚੋਂ ਰਾਜਾ
ਰਾਜਾ ਨਾਲੋਂ ਕੋਈ ਵੱਡਾ ਜਿਸ ਨੂੰ ਦੁੱਖ ਹੋਵੇ, ਜਿਸ ਆਦਮੀ ਦੇ ਤਾਈਂ ਕੋਹੜ ਹੋ ਗਿਆ ਹੋਵੇ। ਹਰ ਕਾ ਨਾਮ ਜਪਤ ਹੋਏ ਸੁਖੀਆ। ਜੇ ਉਹ ਕੋਹੜੀ ਵੀ ਪਰਮੇਸ਼ਰ ਦਾ ਨਾਮ ਜਪ ਲਏ, ਉਹ ਵੀ ਸਤਿਗੁਰੂ ਜੀ ਕਹਿੰਦੇ ਸੁਖੀ ਹੋ ਜਾਂਦਾ ਹੈ। ਐਸਾ ਪਰਮੇਸ਼ਰ ਦਾ ਨਾਮ ਹੈ। ਕੋਹੜੀਆਂ ਦੇ ਕੋਹੜ ਮੇਟਣ ਵਾਲਾ। ਗੋਪਾਲਪੁਰ ਜਿਵੇਂ ਮਹਾਰਾਜ ਸਾਹਿਬ ਜੀ ਨੇ ਸ਼ਬਦ ਦਾ ਪਾਠ ਕਰਕੇ, ਕੀਰਤਨ ਕਰਾ ਕੇ ਮਰਦਾਨੇ ਜੀ ਦੇ ਪਾਸੋਂ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ, ਕੋਹੜੀ ਦਾ ਕੋਹੜ ਮੇਟ ਦਿੱਤਾ ਸੀ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਰਾਜਾ ਵੱਡਾ ਦੁੱਖ ਕੋਹੜ ਰੋਗ ਹੈ। ਜੇ ਕੋਹੜੀ ਆਦਮੀ ਵੀ ਪਰਮੇਸ਼ਰ ਦਾ ਨਾਮ ਜਪ ਲੈ, ਉਹਦੀ ਵੀ ਪਾਕ ਵਹਿਣੋਂ ਰੁਕ ਜਾਂਦੀ ਹੈ। ਇਹ ਉਹ ਸੁਖੀ ਹੋ ਜਾਂਦਾ ਹੈ। ਐਸਾ ਉੱਚਾ ਪਰਮੇਸ਼ਰ ਦਾ ਨਾਮ ਹੈ। ਦੂਸਰੀ ਵਿਚਾਰ ਇਹ ਹੈ, ਮੁੱਖ ਅਰਥ ਇਹ ਹੋਈ ਹੈ ਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਸਾਰੀ ਸ੍ਰਿਸ਼ਟੀ ਦਾ ਰਾਜੇ ਨੂੰ ਭਾਰੀ ਦੁੱਖ ਹੁੰਦਾ। ਜਿੰਨਾ ਦੁਨੀਆ ਨੂੰ ਦੁੱਖ ਹੁੰਦਾ ਹੈ, ਉਹਨਾਂ ਰਾਜੇ ਨੂੰ ਦੁੱਖ ਹੁੰਦਾ ਹੈ। ਉਹਨਾਂ ਦੇ ਸਾਂਭਣ ਦਾ, ਆਪ ਦੇ ਵਸ ਰੱਖਣ ਦਾ। ਅਨੇਕ ਪ੍ਰਕਾਰ ਦੇ ਦੁੱਖ ਹੁੰਦੇ ਹਨ। ਜਿਸ ਪ੍ਰਕਾਰ ਪ੍ਰਸੰਗ ਵਿੱਚ ਵਿਚਾਰ ਹੈ, ਜਿਹੜਾ ਜਾਰਜ ਪੰਚਮ ਸੀ, ਅੰਗਰੇਜ਼ਾਂ ਦਾ ਬਾਦਸ਼ਾਹ, ਜਦੋਂ ਪਹਿਲੀ ਵਾਰ ਜਰਮਨ ਦੀ ਲੜਾਈ ਲੱਗੀ ਹੈ, ਉਸ ਵਕਤ ਉਹਨੂੰ ਨੀਂਦ ਆਉਣੋਂ ਹਟ ਗਈ ਸੀ। ਬਿਜਲੀ ਦੇ ਨਾਲ ਇਸ ਨੂੰ ਸੁਲਾਇਆ ਕਰਦੇ। ਏਡਾ ਭਾਰੀ ਦੁੱਖ ਹੁੰਦਾ, ਨੀਂਦ ਵੀ ਆਉਣੋਂ ਹਟ ਜਾਂਦੀ ਹੈ। ਸੋ ਸਾਰੀ ਸ੍ਰਿਸ਼ਟੀ ਦਾ ਦੁੱਖ ਉਸ ਰਾਜੇ ਨੂੰ ਚੰਬੜਿਆ ਹੁੰਦਾ ਹੈ। ਹਰ ਕਾ ਨਾਮ ਜਪਤ ਹੋਏ ਸੁਖੀਆ। ਤੇ ਜੇ ਉਹ ਪਰਮੇਸ਼ਰ ਦਾ ਨਾਮ ਆਪ ਵੀ ਜਪ ਲਏ, ਉਹ ਵੀ ਸੁਖੀ ਹੋ ਜਾਂਦਾ ਹੈ। ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਲੱਖ ਕਰੋੜੀ ਬੰਧਨ ਪਰੈ। ਲੱਖਾਂ ਪੁਰਖਾਂ ਕਰਕੇ ਕਰੋੜਾਂ ਬੰਧਨ ਜੇ ਪੈ ਜਾਣ। ਹਰ ਕਾ ਨਾਮ ਜਪਤ ਨਿਸਤਰੈ। ਹਰੀ ਦਾ ਨਾਮ ਜਪੇਗਾ, ਸੰਸਾਰ ਤੋਂ ਤਰ ਜਾਂਦਾ ਹੈ। ਸੰਪਰਦਾ ਦਾ ਪਾਠ ਇਹੀ ਹੈ ਅਤੇ ਵਿਆਕਰਣ ਦੀ ਨੀਤੀ ਵਾਲੇ ਕਈ ਖਿਆਲ ਕਰਦੇ ਕਿ ਲੱਖ ਕਰੋੜੀ ਬੰਧ ਨਾ ਪਰੈ। ਉਹ ਪਾਠ ਕਰਦੇ ਹਨ ਕਿ ਲੱਖਾਂ ਕਰੋੜਾਂ ਕਰਕੇ ਬੰਧ ਸੰਤੋਖ ਨਹੀਂ ਪੈਂਦਾ। ਇਸ ਕਰਕੇ ਲੱਖ ਕਰੋੜੀ ਬੰਧਨ ਪਾਠ ਹੀ ਸਮਝਣਾ ਹੈ ਕਿ ਲੱਖਾਂ ਪੁਰਖਾਂ ਕਰਕੇ ਕਰੋੜਾਂ ਵੀ ਬੰਧਨ 'ਚ ਆ ਜਾਵੇ, ਕੈਦੀ ਹੋ ਜਾਵੇ, ਭਾਵੇਂ ਉਹ ਘੇਰੇ 'ਚ ਆ ਜਾਵੇ, ਇਉਂ ਬੰਧਨ ਪੈ ਜਾਵੇ। ਜੇਕਰ ਹਰ ਕਾ ਨਾਮ ਜਪਤ ਨਿਸਤਰੈ, ਉਹ ਪਰਮੇਸ਼ਰ ਦਾ ਨਾਮ ਜਪੇ, ਸਾਰੇ ਕਲੇਸ਼ ਉਹਦੇ ਖਤਮ ਹੋ ਜਾਂਦੇ ਹਨ। ਉਸ ਇਸ ਸੰਸਾਰ ਤੋਂ ਤਰ ਜਾਂਦਾ ਹੈ। ਅਨਕ ਮਾਇਆ ਰੰਗ ਤਿਖ ਨਾ ਬੁਝਾਵੈ। ਅਨਕ ਪ੍ਰਕਾਰ ਦੀ ਮਾਇਆ ਦੇ ਰੰਗ, ਅਨੰਤ ਤਮਾਸ਼ੇ ਵੇਖੇ, ਭਾਵੇਂ ਸਿਨੇਮੇ ਵੇਖੇ, ਇਸ ਤਰ੍ਹਾਂ ਦੇ ਕੌਤਕ ਕਰੇ, ਪਰ ਤਿਖ ਨਾ ਬੁਝਾਵੈ। ਤ੍ਰਿਸ਼ਨਾ ਦੀ ਤੇਹ ਨਹੀਂ ਇਹਦੀ ਬੁਝਣ 'ਚ ਆਉਂਦੀ। ਇਹ ਦੁੱਗਣੀ ਚੌਗਣੀ ਬਣ ਆਉਂਦੀ ਹੈ। ਹਰ ਕਾ ਨਾਮ ਜਪਤ ਆਗਾਵੈ। ਜੇਕਰ ਹਰੀ ਅਕਾਲ ਪੁਰਖ ਦਾ ਭਾਈ ਨਾਮ ਜਪੇ ਤਾਂ ਇਹ ਅਗਾਵੈ, ਤ੍ਰਿਪਤ ਹੋ ਸਕਦਾ, ਰੱਜ ਆ ਸਕਦਾ। ਐਵੇਂ ਤ੍ਰਿਪਤੀ ਨਹੀਂ ਹੁੰਦੀ ਕਿਸੇ ਪੁਰਖ ਦੇ ਤਾਈਂ। ਜਿਹ ਮਾਰਗ ਇਹੋ ਜਾਤ ਅਕੇਲਾ। ਜਿਸ ਜਮਾਂ ਦੇ ਮਾਰਗ ਵਿੱਚ ਇਸ ਨੂੰ ਇਕੱਲੇ ਨੂੰ ਜਾਣਾ ਪਵੇਗਾ, ਬੜਾ ਭਾਰੀ ਜਿਸ ਮਾਰਗ ਦਾ ਰਸਤਾ ਹੈ। ਤਹ ਹਰ ਨਾਮ ਸੰਗ ਹੋਤ ਸੁਹੇਲਾ।
ਜੇ ਪਰਮੇਸ਼ਰ ਦਾ ਨਾਮ ਤੂੰ ਅੰਤ ਸਮੇਂ ਤੋਂ ਪਹਿਲਾਂ ਜਪਿਆ ਹੋਇਆ ਹੋਵੇਗਾ ਤੇ ਇਸ ਦੇ ਤਾਈਂ ਉਸ ਵੇਲੇ ਸੁਹੇਲਾ ਸੁਖਾਲਾ ਕਰ ਦੇਵੇਗਾ, ਸੁਖੀ ਹੋ ਜਾਵੇਗਾ। ਮਹਾਰਾਜ ਦਾ ਨਾਮ ਜਪਣ ਦੇ ਤਾਈਂ ਸ੍ਰੀ ਕਰਤਾਰਪੁਰ ਸਾਹਿਬ 'ਚ ਹਰੀ ਦਾ ਨਾਮ ਸੰਗ ਹੋਤ ਸੁਹੇਲਾ ਹੀ। ਉੱਥੇ ਪਰਮੇਸ਼ਰ ਦਾ ਨਾਮ ਨਾਲ ਹੋਣੇ ਕਰਕੇ ਸੁਖੀ ਹੋਵੇਗਾ। ਐਸਾ ਨਾਮ ਮਨ ਸਦਾ ਧਿਆਈਐ, ਐਸਾ ਪਰਮੇਸ਼ਰ ਦਾ ਨਾਮ ਅੰਮ੍ਰਿਤ ਹੈ ਮਨਾ। ਸਦਾ ਉਸ ਨੂੰ ਧਿਆਉਣਾ ਕਰੀਏ ਇੱਕ ਚਿੱਤ ਹੋ ਕੇ। ਨਾਨਕ ਗੁਰਮੁਖ ਪਰਮਗਤ ਪਾਈਐ। ਸਤਿਗੁਰੂ ਜੀ ਕਹਿੰਦੇ ਗੁਰਮੁਖਾਂ ਦੀ ਸੰਗਤ ਕਰਕੇ ਇਸ ਪ੍ਰਕਾਰ ਪਰਮ ਗਤੀ ਕਲਿਆਣ ਦੇ ਤਾਈਂ ਕੈਵਲੈ ਮੁਕਤੀ ਦੇ ਤਾਈਂ ਪਾ ਲਈਦਾ ਹੈ। ਛੂਟਤ ਨਹੀਂ ਕੋਟ ਲਖ ਬਾਹੀ, ਜਿੱਥੇ ਲੱਖਾਂ ਬਾਹਾਂ ਵਾਲਾ ਆਦਮੀ ਹੋ ਕੇ ਵੀ ਕਾਲ ਤੋਂ ਛੁੱਟ ਨਹੀਂ ਸਕਦਾ। ਸਹੰਸਰ ਬਾਹੂ ਵਰਗੇ ਮਾਰੇ ਗਏ ਅਤੇ ਇਸ ਪ੍ਰਕਾਰ ਛੂਟਤ ਨਹੀਂ ਕੋਟ ਲਖ ਬਾਹੀ, ਛੁੱਟ ਨਹੀਂ ਕਰੋੜਾਂ ਰੁਪਇਆਂ ਕਰਕੇ, ਲੱਖਾਂ ਯੋਧਿਆਂ ਕਰਕੇ, ਭਰਾਵਾਂ ਦੀਆਂ ਬਾਹਾਂ ਕਰਕੇ ਵੀ ਜਿੱਥੇ ਜਮ ਆਦਿਕ ਛੁਟਕਾਰਾ ਨਹੀਂ ਪਾ ਸਕਦਾ। ਓਟ ਕਿਲਿਆਂ ਦੀ ਓਟ ਕਰਕੇ ਵੀ ਛੁਟਕਾਰਾ ਨਹੀਂ ਜਿੱਥੇ ਪਾ ਸਕੀਦਾ। ਨਾਮ ਜਪਤ ਤਹਿ ਪਾਰ ਪਰਾਹੀ, ਉਸ ਥਾਂ ਤੇ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹੈ ਕਿ ਨਾਮ ਜਪਣ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਪੈ ਜਾਂਦਾ ਹੈ, ਮੁਕਤ ਹੋ ਜਾਈਦਾ ਹੈ। ਅਨਕ ਬਿਗਨ ਜਹ ਆਏ ਸੰਘਾਰੈ, ਅਨੇਕਾਂ ਬਿਗਨ ਜਿੱਥੇ ਆ ਕੇ ਸੰਘਾਰੈ ਨਾਸ਼ ਕਰਨ ਇਸ ਨੂੰ। ਚਾਰ ਚਫੇਰੇ ਘੇਰਾ ਘੱਤ ਕੇ ਮਾਰਨਾ ਚਾਹਣ। ਹਰ ਕਾ ਨਾਮ ਤਤਕਾਲ ਉਧਾਰੈ, ਜੇ ਪਰਮੇਸ਼ਰ ਦਾ ਨਾਮ ਮਰਨ ਤੋਂ ਪਹਿਲਾਂ ਜਪਿਆ ਹੋਇਆ ਹੋਵੇਗਾ ਤਾਂ ਤਤਕਾਲ ਛੇਤੀ ਉਧਾਰ ਲਵੇਗਾ, ਛੁਟਕਾਰਾ ਪਾ ਲਵੇਗਾ। ਅਨਕ ਜੋਨ ਜਨਮੈ ਮਰ ਜਾਮ, ਜਿਹੜੇ ਜੀਵ ਅਨੇਕਾਂ ਜੂਨਾਂ 'ਚ ਪੈ ਪੈ ਕੇ ਅਨੇਕਾਂ ਜਨਮ ਧਾਰੇ ਹੈ, ਫਿਰ ਕਈ ਵਾਰੀ ਮਰ ਮਰ ਕੇ ਜਮਾਂ ਦੇ ਵਸ ਪਏ ਆ, ਮਰ ਕੇ ਫਿਰ ਜੰਮਦੇ ਰਹਿੰਦੇ ਆ ਹਰਟ ਦੀਆਂ ਟਿੰਡਾਂ ਵਾਂਗੂ। ਨਾਮ ਜਪਤ ਪਾਵੈ ਬਿਸਰਾਮ, ਉਹ ਜੀਵਨ ਵਾਲੇ ਪੁਰਖ ਜੇ ਅਕਾਲ ਪੁਰਖ ਮਹਾਰਾਜ ਦਾ ਨਾਮ ਜਪ ਲੈਣ ਤਾਂ ਬਿਸ਼ਰਾਮ ਮਨ ਟਿਕਾ ਪਾ ਲੈਂਦੇ ਹਨ। ਜੂਨਾਂ 'ਚ ਜੀਵ ਭਰਮਣ ਤੋਂ ਹਟ ਜਾਂਦਾ ਹੈ। ਹਉ ਮੈਲਾ ਮਲ ਕਬਹੁ ਨਾ ਧੋਵੈ, ਇਹ ਜੀਵ ਹਉਮੈ ਕਰਕੇ ਮੈਲਾ ਹੋ ਗਿਆ ਹੈ ਅਤੇ ਆਪ ਦੀ ਮੈਲ ਹਉਮੈ ਦੀ ਨੂੰ ਪਾਪਾਂ ਦੀ ਨੂੰ ਧੋਂਦਾ ਨਹੀਂ, ਸਗੋਂ ਚੰਬੇੜਦਾ ਰਹਿੰਦਾ, ਹੋਰ ਚੰਬੇੜਦਾ ਰਹਿੰਦਾ ਹੈ ਹਉਮੈ ਕਰਕੇ। ਹਰ ਕਾ ਨਾਮ ਕੋਟ ਪਾਪ ਖੋਵੈ, ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਜਪਿਆ ਹੈ ਉਹਨਾਂ ਦੇ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਮੇਟ ਦਿੰਦਾ ਹੈ, ਇਉਂ ਸ਼ੁੱਧ ਕਰ ਦਿੰਦਾ ਹੈ ਮਨ ਨੂੰ। ਐਸਾ ਨਾਮ ਜਪੋ ਮਨ ਰੰਗ, ਇਹੋ ਜਿਹਾ ਪਰਮੇਸ਼ਰ ਦਾ ਨਾਮ ਏ ਭਾਈ ਮਨ ਦੇ ਪ੍ਰੇਮ ਕਰਕੇ ਜਪਣਾ ਕਰੋ। ਨਾਨਕ ਪਾਈਐ ਸਾਧ ਕੈ ਸੰਗ, ਸਤਿਗੁਰੂ ਸਾਹਿਬ ਜੀ ਕਹਿੰਦੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਪਰਮੇਸ਼ਰ ਦਾ ਨਾਮ ਪਾਈਦਾ ਹੈ, ਕੱਲਿਆਂ ਦੁਕੱਲਿਆਂ ਨਹੀਂ ਸਿਮਰਨ ਕੀਤਾ ਜਾਂਦਾ। ਗੁਰੂ ਕੀ ਸੰਗਤ ਚੋਂ ਇਹ ਦਾਤ ਪ੍ਰਾਪਤ ਹੁੰਦੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ,
ਇਹ ਦੂਸਰੀ ਅਸ਼ਟਪਦੀ ਦੇ 3 ਪਦਿਆਂ ਤੱਕ ਅੱਜ ਵਿਚਾਰ ਹੋਈ ਹੈ। ਸੋ ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਅੱਗੇ ਵਿਚਾਰ ਸਤਿਗੁਰੂ ਸਾਡੀ ਨਿਰਵਿਘਨ ਨਿਰੰਤਰ ਜਾਰੀ ਰੱਖਣ। ਸਤਿਗੁਰੂ ਕਿਰਪਾ ਕਰਨ। ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਆਉਣ ਵਾਲੇ ਕੱਲ ਤੋਂ ਅਸੀਂ ਇਸੇ ਦੂਸਰੀ ਅਸ਼ਟਪਦੀ ਦੇ ਚੌਥੇ ਪਦ ਤੋਂ ਵਿਚਾਰ ਪ੍ਰਾਰੰਭ ਕਰਾਂਗੇ ਜੀ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।